ਖੇਤੀਬਾੜੀ ਪੰਜਾਬ ਦੀ ਜਿੰਦ ਜਾਨ ਹੈ। ਉਂਝ ਵੀ ਦੁਨੀਆ ਭਰ ਵਿੱਚ ਜੇਕਰ ਮਨੁੱਖ ਨੇ ਜਿਉਣਾ ਹੈ ਤਾਂ ਉਹਨੂੰ ਖਾਣ ਦੇ ਲਈ ਖੁਰਾਕ ਚਾਹੀਦੀ ਹੈ। ਜੇਕਰ ਖਾਦ ਖੁਰਾਕ ਪੈਦਾ ਕਰਨ ਵਾਲੇ ਲੋਕ ਤੰਗ ਪਰੇਸ਼ਾਨ ਹੋਣਗੇ ਤਾਂ ਬਾਕੀ ਸਮਾਜ ਵੀ ਤੰਗ ਹੋਏਗਾ। ਪੰਜਾਬ ਦੀ ਗੱਲ ਕਰੀਏ, ਪੰਜਾਬ ਦੇ ਲੋਕਾਂ ਦਾ ਮੁੱਖ ਧੰਦਾ ਖੇਤੀਬਾੜੀ ਹੈ। ਇੱਥੋਂ ਦਾ ਵਪਾਰ ਜਾਂ ਇਹਦੇ ਨਾਲ ਜੁੜੇ ਹੋਏ ਧੰਦੇ ਖੇਤੀ 'ਤੇ ਨਿਰਭਰ ਨੇ। ਖੇਤੀਬਾੜੀ ਨਾਲ ਸੰਬੰਧਿਤ ਜੋ ਭਾਰਤ ਦੀ ਸਰਕਾਰ ਨੇ ਪਹਿਲਾਂ ਇੱਕ ਆਰਡੀਨੈਂਸ ਜਾਰੀ ਕੀਤਾ ਸੀ, ਹੁਣ ਉਹਨੂੰ ਇੱਕ ਬਿੱਲ ਦੇ ਤੌਰ 'ਤੇ ਪਾਰਲੀਮੈਂਟ ਦੇ ਵਿੱਚ, ਲੋਕ ਸਭਾ ਦੇ ਵਿੱਚ ਇਸ ਨੂੰ ਪਾਸ ਕਰਵਾ ਲਿਆ ਗਿਆ। ਇਹ ਕਿਉਂ ਹੋਇਆ? ਇਹਦੇ ਪਿੱਛੇ ਕਹਾਣੀ ਹੈ। ਸਰਕਾਰ 2016 ਤੋਂ ਇੱਕ ਰਿਪੋਰਟ ਜਾਰੀ ਕਰਦੀ ਹੈ ਜਿਹਦੇ ਵਿੱਚ ਇਹ ਗੱਲ ਲਿਖੀ ਗਈ ਕਿ ਹੁਣ ਖੇਤੀਬਾੜੀ ਦੀ ਜਿਹੜੀ ਪੈਦਾਵਾਰ ਹੈ ਕਾਫੀ ਵੱਧ ਗਈ ਹੈ। ਖੇਤੀਬਾੜੀ ਦੇ ਵਿੱਚ ਵਧੀ ਹੋਈ ਪੈਦਾਵਾਰ ਕਰਕੇ ਜਿਹੜਾ MSP ਮਿਨੀਮਮ ਸਪੋਰਟ ਪ੍ਰਾਈਸ, ਘੱਟੋ ਘੱਟ ਮੁੱਲ ਜਿਹੜਾ ਕਿਸਾਨਾਂ ਨੂੰ ਮਿਲਦਾ ਸੀ, ਸਰਕਾਰ ਹੁਣ ਇਹਦੇ ਤੋਂ ਵੀ ਆਪਣਾ ਪੱਲਾ ਝਾੜਨ ਦੀਆਂ ਸਕੀਮਾਂ ਬਣਾ ਰਹੀ ਸੀ। ਵਧੀਆ ਮੌਕਾ ਮਿਲਿਆ ਕਿਉਂਕਿ ਕਰੋਨਾ ਵਾਇਰਸ ਦੇ ਨਾਲ ਇੱਕ ਸੰਕਟ ਦੇ ਵਿੱਚ ਲੋਕ ਰਹਿ ਰਹੇ ਸੀ। ਇਸ ਸਮੇਂ ਭਾਰਤ ਦੀ ਸਰਕਾਰ ਨੇ ਬਹੁਤ ਕਾਹਲੀ ਦੇ ਵਿੱਚ ਦੋ ਅਹਿਮ ਫੈਸਲੇ ਲਏ। ਇੱਕ ਖੇਤੀਬਾੜੀ ਨਾਲ ਸੰਬੰਧਿਤ, ਦੂਸਰਾ ਐਜੂਕੇਸ਼ਨ ਦੇ ਨਾਲ ਸੰਬੰਧਿਤ। ਇਸ ਸੰਬੰਧ ਦੇ ਵਿੱਚ ਕਿ ਐਜੂਕੇਸ਼ਨ ਪੋਲਿਸੀ ਨੂੰ ਬਹੁਤ ਵਧੀਆ ਪੋਲਿਸੀ ਦੇ ਤੌਰ 'ਤੇ ਪੇਸ਼ ਕੀਤਾ ਗਿਆ, ਪਰੰਤੂ ਉਹ ਕਿੰਨੀ ਕੁ ਵਧੀਆ ਹੈ ਇਹਦੇ ਬਾਰੇ ਅਸੀਂ ਇਸੇ ਚੈਨਲ ਦੇ ਉੱਤੇ ਇੱਕ ਵੀਡੀਓ ਤੁਹਾਡੇ ਨਾਲ ਪਹਿਲਾਂ ਸਾਂਝੀ ਕਰ ਚੁੱਕੇ ਹਾਂ। ਅੱਜ ਅਸੀਂ ਗੱਲ ਕਰਦੇ ਸੀ ਖੇਤੀਬਾੜੀ ਦੀ। ਭਾਰਤ ਦੇ ਖੇਤੀਬਾੜੀ ਮੰਤਰੀ ਸ੍ਰੀ ਨਰਿੰਦਰ ਸਿੰਘ ਤੋਮਰ ਜੀ ਲੋਕ ਸਭਾ ਦੇ ਵਿੱਚ ਨਵੀਂ ਐਗਰੀਕਲਚਰ ਪੋਲਿਸੀ ਦੇ ਬਾਰੇ ਘੱਟ ਬੋਲੇ। ਉਹਨਾਂ ਨੇ ਜਿਸ ਕਿਸਮ ਦਾ ਭਾਸ਼ਣ ਦਿੱਤਾ, ਉਸ ਭਾਸ਼ਣ ਤੋਂ ਲੱਗਦਾ ਹੈ ਕਿ ਭਾਰਤ ਦੀ ਸਰਕਾਰ ਕਿਸਾਨਾਂ ਨੂੰ, ਜਿਹੜਾ ਕਿ ਪਿਛਲੇ ਸਮੇਂ ਤੋਂ ਇੱਕ ਬਾਦਸ਼ਾਹ ਦੀ ਤਰ੍ਹਾਂ ਆਪਣਾ ਜੀਵਨ ਜਿਉਂਦਾ ਸੀ, ਉਹਨੂੰ ਇੱਕ ਭਿਖਾਰੀ ਦੀ ਤਰ੍ਹਾਂ ਬਣਾ ਦੇਣਾ। ਕਿਸਾਨ ਸਰਕਾਰ ਵੱਲ ਦੇਖਦੇ ਰਹਿਣਗੇ। ਮੈਂ ਗੱਲ ਕਰ ਰਿਹਾ ਸੀਗਾ ਨਰਿੰਦਰ ਸਿੰਘ ਤੋਮਰ ਜੀ ਦੇ ਭਾਸ਼ਣ ਦੀ। ਆਪਣੇ ਭਾਸ਼ਣ ਦੇ ਵਿੱਚ ਉਹ ਬਾਰ-ਬਾਰ ਇਹ ਗੱਲ ਕਹਿ ਰਹੇ ਸੀ ਕਿ ਭਾਰਤ ਦੀ ਸਰਕਾਰ ਨੇ ਕਿਸਾਨਾਂ ਨੂੰ ਮੁਫਤ ਦੇ ਵਿੱਚ ਇੰਨੇ ਪੈਸੇ ਦਿੱਤੇ, ਇੰਨੇ ਹਜ਼ਾਰ ਕਰੋੜ। ਮੈਂ ਅੰਕੜਿਆਂ ਦੇ ਵਿੱਚ ਨਹੀਂ ਜਾਵਾਂਗਾ। ਕਹਿਣ ਦਾ ਮਤਲਬ ਵੀ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਭਾਰਤ ਸਰਕਾਰ ਸਿੱਧੇ ਪੈਸੇ ਪਾ ਰਹੀ ਹੈ। ਮੈਂ ਇੱਥੇ ਇਹ ਗੱਲ ਕਰਨਾ ਚਾਹੁੰਦਾ ਕਿ ਲੋਕਾਂ ਨੂੰ ਸਿੱਧੇ ਪੈਸੇ ਦੇਣ ਦੀ ਬਜਾਏ ਸਾਡੀ ਸਰਕਾਰ ਨੂੰ ਸਿੱਧੀਆਂ ਨੀਤੀਆਂ ਤਿਆਰ ਕਰਨੀਆਂ ਚਾਹੀਦੀਆਂ ਨੇ। ਜਿਹੜੀ ਨੀਤੀ ਹੁਣ ਆਈ ਹੈ, ਮੈਂ ਇਹ ਗੱਲ ਆਪਣੇ ਅਧਿਐਨ ਦੇ ਆਧਾਰ 'ਤੇ, ਕਿਉਂਕਿ ਜਦੋਂ ਮੈਂ PhD ਕੀਤੀ, PhD ਦੇ ਸਮੇਂ ਮੇਰਾ ਜਿਹੜਾ ਵਿਸ਼ਾ ਇਹੀ ਸੀਗਾ ਕਿ ਜਿਹੜੀ ਆਧੁਨਿਕੀਕਰਨ ਕਹਿੰਦੇ ਆ, ਜਿਹੜੀ ਮਾਡਰਨ ਐਗਰੀਕਲਚਰ ਹੈ, ਉਹਨੇ ਪੰਜਾਬ ਦੇ ਜੀਵਨ ਨੂੰ ਕਿਸ ਤਰ੍ਹਾਂ ਪ੍ਰਭਾਵਿਤ ਕੀਤਾ। ਉਦੋਂ ਤੋਂ ਸਾਡਾ ਇਹ ਥੀਸਿਸ ਬਣਿਆ ਕਿ 1960ਵਿਆਂ ਦੇ ਵਿੱਚ, ਖਾਸ ਕਰਕੇ 1965 ਦੇ ਵਿੱਚ, ਇੱਕ ਪਾਸੇ ਜੰਗ ਦਾ ਮਾਹੌਲ ਸੀ, ਦੂਸਰੇ ਪਾਸੇ ਅਮਰੀਕਾ ਦੇ ਵੱਲੋਂ ਜਿਹੜੀ ਮਦਦ ਸੀ ਉਹ ਖਤਮ ਹੋ ਗਈ। ਬਾਅਦ ਦੇ ਵਿੱਚ ਇੱਕ ਸਰਕਾਰ ਦੇ ਉੱਤੇ ਦਬਾਅ ਬਣਿਆ ਤਾਂ ਸਰਕਾਰ ਨੇ ਅਮਰੀਕਾ ਵੱਲੋਂ ਕਰਜ਼ਾ ਲੈਣ ਦੇ ਲਈ ਜਿਹੜੀਆਂ ਨੀਤੀਆਂ ਜਾਂ ਜੋ ਕੁਝ ਤਬਦੀਲੀ ਕਰਨ ਦੇ ਲਈ ਕਿਹਾ ਗਿਆ, ਤਾਂ ਭਾਰਤ ਦੀ ਸਰਕਾਰ ਨੇ ਉਹ ਤਬਦੀਲੀ ਮੰਨਦਿਆਂ ਹੋਇਆਂ 1960-65 ਤੋਂ ਲੈ ਕੇ 1967 ਤੱਕ ਇੱਕ ਹਰੀ ਕ੍ਰਾਂਤੀ ਦੇ ਨਾਂ 'ਤੇ ਤਬਦੀਲੀ ਲਿਆਂਦੀ, ਜਿਸ ਤਬਦੀਲੀ ਦੇ ਨਾਲ ਖੇਤੀਬਾੜੀ ਕਰਨ ਦੇ ਸਾਰੇ ਢੰਗ ਬਦਲੇ। ਖੇਤੀ ਦਾ ਮਸ਼ੀਨੀਕਰਨ ਹੋਇਆ, ਖੇਤੀ ਦੇ ਵਿੱਚ ਨਵੀਆਂ ਖਾਦਾਂ, ਕੀੜੇ ਮਾਰ ਦਵਾਈਆਂ ਅਤੇ ਹੋਰ ਟਰੈਕਟਰ, ਟਿਊਬਵੈੱਲ, ਕਿੰਨੇ ਕੰਮ ਨਵੇਂ ਸ਼ੁਰੂ ਹੋਏ, ਜਿਹਦੇ ਨਾਲ ਲੋਕਾਂ ਨੇ ਆਪਣੇ ਨਵੇਂ ਧੰਦੇ ਸ਼ੁਰੂ ਕੀਤੇ। ਨੋ ਡਾਊਟ ਕਿ ਇਸ ਤਰ੍ਹਾਂ ਕਰਨ ਦੇ ਨਾਲ ਕਿਸਾਨ ਨੇ ਬਹੁਤ ਮਿਹਨਤ ਕੀਤੀ, ਖੇਤੀਬਾੜੀ ਪੈਦਾਵਾਰ ਦੇ ਵਿੱਚ ਵਾਧਾ ਕੀਤਾ। ਉਸ ਸਮੇਂ ਇਹ ਮੁਲਕ ਅਨਾਜ ਦੇ ਸੰਕਟ ਦੇ ਨਾਲ ਜੂਝ ਰਿਹਾ ਸੀ, ਸੋਕਾ ਸੀ, ਅਤੇ ਲੋਕਾਂ ਦਾ ਪੇਟ ਭਰਨ ਦੇ ਲਈ ਭਾਰਤ ਦੀ ਸਰਕਾਰ ਨੇ ਉਸ ਮੌਕੇ ਪੰਜਾਬ ਦੇ ਲੋਕਾਂ ਨੂੰ ਇੱਕ ਬਹੁਤ ਲੁਭਾਉਣਾ ਨਾਅਰਾ ਦਿੱਤਾ। ਨਾਅਰਾ ਕੀ ਸੀ? ਜੈ ਜਵਾਨ ਜੈ ਕਿਸਾਨ। ਅੱਜ ਵੀ ਤੁਸੀਂ ਟਰਾਲੀਆਂ ਦੇ ਪਿੱਛੇ ਲਿਖਿਆ ਦੇਖ ਸਕਦੇ ਹੋ। ਜਦੋਂ ਜੈ ਜਵਾਨ ਦੀ ਗੱਲ ਸੀ ਤਾਂ ਪਾਕਿਸਤਾਨ ਦੇ ਨਾਲ ਜੰਗ ਲੜਨ ਦੀ ਗੱਲ ਸੀ, ਜਾਂ ਇੱਕ ਪਾਸੇ ਚੀਨ ਦਾ
ਡਰ ਸਤਾ ਰਿਹਾ ਸੀਗਾ। ਦੂਸਰੇ ਪਾਸੇ ਜਦੋਂ ਜੈ ਕਿਸਾਨ ਦੀ ਗੱਲ ਹੈ, ਜੈ ਕਿਸਾਨ ਦਾ ਮਤਲਬ ਕਿਸਾਨ ਨੂੰ ਦੀ ਜੈ ਕਰਕੇ ਉਹਦੇ ਵਿੱਚ ਇੱਕ ਕਿਸਮ ਦੀ ਹੱਲਾਸ਼ੇਰੀ ਭਰੀ ਗਈ ਸੀ ਕਿ ਤੁਸੀਂ ਕੰਮ ਕਰੋ। ਇਸੇ ਪਾਲਿਸੀ ਦੇ ਤਹਿਤ ਕਿਸਾਨਾਂ ਦੀਆਂ ਜਿਹੜੀਆਂ ਮੁੱਖ ਫਸਲਾਂ ਨੇ ਉਹਨਾਂ ਨੂੰ ਖਰੀਦਣ ਦੀ ਜ਼ਿੰਮੇਵਾਰੀ ਭਾਰਤ ਸਰਕਾਰ ਨੇ ਆਪਣੇ ਸਿਰ ਲਈ ਸੀ। ਕਣਕ ਅਤੇ ਚੌਲ ਦੀ ਜਿਸ ਕਿਸਮ ਦੀ ਪੈਦਾਵਾਰ, ਰਿਕਾਰਡ ਤੋੜ ਪੈਦਾਵਾਰ ਪੰਜਾਬ ਅਤੇ ਹਰਿਆਣੇ ਦੇ ਲੋਕਾਂ ਨੇ ਕੀਤੀ, ਪਰੰਤੂ ਪਿਛਲੇ 10 ਜਾਂ 15 ਸਾਲਾਂ ਤੋਂ ਬਾਕੀ ਸਟੇਟਸ ਦੇ ਵਿੱਚ ਵੀ ਕਣਕ ਅਤੇ ਝੋਨੇ ਦੀ ਪੈਦਾਵਾਰ ਵਧਣੀ ਸ਼ੁਰੂ ਹੋ ਗਈ। ਇਸ ਕਰਕੇ ਸਰਕਾਰ ਇਹ ਚਾਹੁੰਦੀ ਹੈ ਕਿ ਕਿਵੇਂ ਨਾ ਕਿਵੇਂ ਜਿਹੜੀ MSP ਹੈ ਇਹਦੇ ਤੋਂ ਪਾਸੇ ਹਟਿਆ ਜਾਵੇ। ਅਤੇ ਦੂਸਰੇ ਪਾਸੇ ਕਿਸਾਨ ਲਗਾਤਾਰ ਇਹ ਮੰਗ ਕਰਦੇ ਰਹੇ ਨੇ ਕਿ ਖੇਤੀਬਾੜੀ ਦੇ ਵਿੱਚ ਸਾਡੇ ਖਰਚ ਵੱਧ ਹੁੰਦੇ ਨੇ ਅਤੇ ਸਾਨੂੰ ਫਸਲਾਂ ਦਾ ਮੁੱਲ ਘੱਟ ਮਿਲਦਾ ਹੈ, ਅਤੇ ਸਾਡੀਆਂ ਜਿਹੜੀਆਂ ਫਸਲਾਂ ਨੇ ਇਹਨਾਂ ਨੂੰ ਕੀਮਤਾਂ ਦੇ ਵਾਧੇ ਦੇ ਮੁਤਾਬਕ ਸੂਚਕ ਅੰਕ ਦੇ ਨਾਲ ਜੋੜਿਆ ਜਾਵੇ। ਭਾਰਤ ਦੀ ਸਰਕਾਰ ਨੇ ਕੀਮਤਾਂ ਨੂੰ ਸੂਚਕ ਅੰਕ ਦੇ ਨਾਲ ਤਾਂ ਕੀ ਜੋੜਨਾ ਸੀ, ਬਲਕਿ ਇੱਦਾਂ ਦੀ ਪਾਲਿਸੀ ਲਿਆਂਦੀ ਜਿਹਦੇ ਵਿੱਚ ਜ਼ਿਆਦਾਤਰ ਕੰਟਰੈਕਟ ਫਾਰਮਿੰਗ ਹੋਏਗੀ। ਲੋਕਾਂ ਦੀਆਂ ਜ਼ਮੀਨਾਂ ਕੰਪਨੀਆਂ ਦੇ ਕੋਲ, ਵੱਡੇ ਵੱਡੇ ਘਰਾਣਿਆਂ ਦੇ ਕੋਲ ਜਾਣਗੀਆਂ ਅਤੇ ਉਹ ਕੰਟਰੈਕਟ ਦੇ ਨਾਲ ਕਿਸਾਨਾਂ ਤੋਂ ਜ਼ਮੀਨਾਂ ਹਥਿਆਉਣਗੇ ਅਤੇ ਇੱਥੋਂ ਦੇ ਜਿਹੜੇ ਕਿਸਾਨ ਨੇ ਉਹ ਬੇਰੁਜ਼ਗਾਰ ਹੋਣਗੇ। ਨਾ ਕੇਵਲ ਬੇਰੁਜ਼ਗਾਰ, ਬਾਕੀ ਜਿਹੜੇ ਲੋੜੀਂਦੇ ਧੰਦੇ ਨੇ, ਜਿਹੜੇ ਸਹਾਇਕ ਧੰਦੇ ਨੇ, ਉਹਨਾਂ ਦੇ ਵਿੱਚ ਲੱਗੇ ਲੋਕਾਂ ਦੇ ਉੱਤੇ ਵੀ ਅਸਰ ਹੋਏਗਾ। ਬਹੁਤ ਕਰੋੜਾਂ ਰੁਪਏ ਖਰਚ ਕਰਕੇ ਇੱਥੇ ਇੱਕ ਮੰਡੀ ਸਿਸਟਮ ਬਣਾਇਆ ਗਿਆ ਸੀ। ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਇਹਨਾਂ ਫਸਲਾਂ ਦੀ ਲੋੜ ਨਹੀਂ ਰਹਿਣੀ ਅਤੇ ਇਹਨਾਂ ਮੰਡੀਆਂ ਨੂੰ ਵੀ ਇਸ ਤਰੀਕੇ ਦੇ ਨਾਲ ਸਰਕਾਰ ਹੌਲੀ ਹੌਲੀ ਖ਼ਤਮ ਕਰੇਗੀ। ਇਹ ਸਾਰੀ ਕਹਾਣੀ ਕੀ ਹੈ, ਮੈਂ ਜੋ ਪਹਿਲਾਂ ਗੱਲ ਕਰ ਰਿਹਾ ਸੀਗਾ ਕਿ ਇਹ ਲੋਕਾਂ ਨੂੰ ਇੱਕ ਕਿਸਾਨਾਂ ਨੂੰ ਭਿਖਾਰੀ ਬਣਾਉਣ ਦੀਆਂ ਨੀਤੀਆਂ ਨੇ। ਪੁਰਾਣੇ ਸਮੇਂ ਦੇ ਵਿੱਚ ਜਦੋਂ ਲੋਕ ਖੇਤੀ ਕਰਦੇ ਸੀ ਉਸ ਸਮੇਂ ਸਾਡੀ ਲੋਕਧਾਰਾ ਦੇ ਵਿੱਚ ਇੱਕ ਸ਼ਬਦ ਪ੍ਰਚਲਿਤ ਸੀ। ਸ਼ਬਦ ਕੀ ਸੀਗੇ? ਉੱਤਮ ਖੇਤੀ, ਮੱਧਮ ਵਪਾਰ, ਨਿਮਨ ਚਾਖਰੀ, ਭੀਖ ਗਵਾਰ। ਹੁਣ ਹਾਲਤ ਬਿਲਕੁਲ ਉਲਟ ਹੋ ਜਾਣੀ ਹੈ। ਖੇਤੀ ਉੱਤਮ ਧੰਦਾ ਨਹੀਂ ਰਿਹਾ। ਕਿਸਾਨ ਲਗਾਤਾਰ ਆਤਮ ਹੱਤਿਆ ਕਰ ਰਿਹਾ ਕਿਉਂਕਿ ਸਰਕਾਰ ਦੀਆਂ ਨੀਤੀਆਂ ਇੱਦਾਂ ਦੀਆਂ ਨੇ। ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਲੋਕਾਂ ਨੇ ਖੇਤੀ ਤੋਂ ਪਾਸੇ ਹਟ ਕੇ ਨੌਕਰੀ ਦੀ ਗੱਲ ਕੀਤੀ, ਨਵੀਂ ਐਜੂਕੇਸ਼ਨ ਪਾਲਿਸੀ ਦੇ ਨਾਲ ਲੋਕਾਂ ਦੀਆਂ ਨੌਕਰੀਆਂ ਵੀ ਚਲੀਆਂ ਜਾਣਗੀਆਂ। ਕਹਿਣ ਦਾ ਮਤਲਬ ਕੀ ਹੈ ਕਿ ਜਿਹੜੀ ਅਸੀਂ ਗੱਲ ਕਰ ਰਹੇ ਸੀਗੇ ਸਾਡੀ ਲੋਕਧਾਰਾ ਦੇ ਵਿੱਚ ਕਿ ਉੱਤਮ ਖੇਤੀ, ਨਿਮਨ ਚਾਖਰੀ, ਮੱਧਮ ਵਪਾਰ, ਅਤੇ ਹੁਣ ਨਵੀਂ ਪਾਲਿਸੀ ਦੇ ਨਾਲ ਜੋ ਕੁਝ ਵਪਾਰੀਆਂ ਦੇ ਨਾਲ ਹੋ ਰਿਹਾ ਉਹ ਵੀ ਸਾਡੇ ਸਾਹਮਣੇ ਹੈ। ਅਤੇ ਜਿਹੜੀ ਸਭ ਤੋਂ ਮਾੜਾ ਕੰਮ ਜਾਂ ਨੀਵਾਂ ਕੰਮ ਸਮਝਿਆ ਜਾਂਦਾ ਸੀਗਾ ਕਿ ਭੀਖ ਮੰਗਣੀ ਗਵਾਰਾਂ ਦਾ ਕੰਮ ਹੈ, ਅਤੇ ਸਰਕਾਰ ਦੀ ਜਿਹੜੀ ਨਿਊ ਐਜੂਕੇਸ਼ਨ ਪਾਲਿਸੀ ਔਰ ਨਵੀਂ ਐਗਰੀਕਲਚਰ ਦੀ ਨੀਤੀ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਬੇਰੁਜ਼ਗਾਰੀ ਵਧੇਗੀ ਅਤੇ ਲੋਕਾਂ ਦੇ ਵਿੱਚ ਜਿਹੜਾ ਕੰਮ ਬਿਲਕੁਲ ਨਿਮਨ ਸਮਝਿਆ ਜਾਂਦਾ ਸੀ ਅਤੇ ਉਸ ਪਾਸੇ ਵੱਲ ਨੂੰ ਆਉਣਗੇ। ਇਸ ਮਸਲੇ ਦੇ ਬਾਰੇ ਪੰਜਾਬ ਦੇ ਹਰ ਵਰਗ ਨੂੰ, ਉਹ ਭਾਵੇਂ ਪੜ੍ਹਿਆ ਲਿਖਿਆ ਹੈ, ਭਾਵੇਂ ਉਹ ਵਪਾਰੀ ਹੈ, ਭਾਵੇਂ ਉਹ ਰਾਜਨੀਤੀ ਦੇ ਵਿੱਚ ਸਰਗਰਮ ਨੇ, ਇਕੱਠੇ ਹੋ ਕੇ ਆਵਾਜ਼ ਉਠਾਉਣੀ ਚਾਹੀਦੀ ਹੈ। ਕਿਉਂਕਿ ਪੰਜਾਬ ਇੱਕ ਅਜਿਹਾ ਸਰਹੱਦੀ ਇਲਾਕਾ ਹੈ, 1947 ਦੀ ਵੰਡ ਤੋਂ ਬਾਅਦ ਭਾਰਤ ਦੇ ਇੱਕ ਕੋਨੇ 'ਤੇ ਹੈ। ਇੱਥੇ ਨਾ ਇੰਡਸਟਰੀ ਡਿਵੈਲਪ ਹੋਈ ਹੈ, ਨਾ ਇੱਥੇ ਚੰਗੇ ਕੋਈ ਵਪਾਰਕ ਅਦਾਰੇ ਆਏ ਨੇ। ਲੋਕਾਂ ਦੀ ਉਪਜੀਵਕਾ ਅਤੇ ਬਾਕੀ ਧੰਦਿਆਂ ਦਾ ਆਧਾਰ ਖੇਤੀਬਾੜੀ ਹੈ। ਜੇਕਰ ਖੇਤੀਬਾੜੀ ਦੇ ਵਿੱਚ ਸਰਕਾਰ ਵੱਲੋਂ ਮਿਲਦੀ ਮਦਦ ਜਾਂ ਇੱਕ ਕਿਸਾਨਾਂ ਨੂੰ ਘੱਟੋ ਘੱਟ ਇਹ ਤਾਂ ਵਿਸ਼ਵਾਸ ਹੁੰਦਾ ਸੀਗਾ ਕਿ ਜਿਹੜੀ ਉਹ ਫਸਲ ਬੀਜ ਰਹੇ ਨੇ ਉਹਨਾਂ ਦੀ ਫਸਲ ਸਰਕਾਰ ਖਰੀਦ ਲਵੇਗੀ, ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਪਾਲਿਸੀਆਂ ਬਣਦੀਆਂ ਨੇ ਉਹਦੇ ਨਾਲ ਫਸਲਾਂ ਨੂੰ ਖਰੀਦਣ ਦੀ ਸਰਕਾਰ ਦੀ ਜ਼ਿੰਮੇਵਾਰੀ ਲਗਾਤਾਰ ਘਟਦੀ ਜਾਏਗੀ ਅਤੇ ਹੌਲੀ ਹੌਲੀ ਜਿਹੜੀ MSP ਹੈ ਇਹਦੇ ਤੋਂ ਸਰਕਾਰ ਪਾਸੇ ਹਟ ਜਾਏਗੀ। ਨਤੀਜਾ ਕੀ ਨਿਕਲੇਗਾ ਕਿ ਇੱਥੋਂ ਦੀ ਜਿਹੜੀ ਖੇਤੀ ਹੈ ਡਾਵਾਂਡੋਲ ਹੋਏਗੀ, ਖੇਤੀ ਦੇ ਵਿੱਚ ਸੰਕਟ ਵਧੇਗਾ। ਖੇਤੀ ਵਿੱਚ ਸੰਕਟ ਵਧਣ ਦੇ ਨਾਲ ਇੱਥੋਂ ਦੇ ਜਿਹੜੇ ਵਪਾਰਕ ਅਦਾਰੇ ਨੇ, ਦੁਕਾਨਦਾਰ ਨੇ,
ਆੜ੍ਹਤੀਏ ਨੇ ਜਾਂ ਬਾਕੀ ਵੀ ਜਿਹੜਾ, ਕਿਉਂਕਿ ਜਦੋਂ ਮੁੱਖ ਧੰਦੇ ਦੇ ਵਿੱਚ ਗਿਰਾਵਟ ਆਏਗੀ ਤਾਂ ਦੂਜੇ ਧੰਦਿਆਂ ਦੇ ਵਿੱਚ ਵੀ ਉੱਦਾਂ ਦੀ ਗਿਰਾਵਟ ਆਏਗੀ। ਹੋਰ ਕੁਝ ਪੰਜਾਬ ਦੇ ਵਿੱਚ ਹੋ ਨਹੀਂ ਸਕਦਾ, ਕਿਉਂਕਿ ਇੱਦਾਂ ਦੀਆਂ ਨੀਤੀਆਂ ਰਹੀਆਂ ਨੇ। ਨਾ ਇੱਥੇ ਇੰਡਸਟਰੀਅਲ ਡਿਵੈਲਪਮੈਂਟ ਹੋਈ ਹੈ ਅਤੇ ਨਾ ਹੀ ਇੱਥੇ ਵੱਡੇ ਵਪਾਰਕ ਅਦਾਰੇ ਆਏ ਨੇ। ਇੱਕੋ ਇੱਕ ਕੰਮ ਖੇਤੀ ਦਾ ਧੰਦਾ ਹੈ ਅਤੇ ਖੇਤੀ ਦੇ ਨਾਲ ਜੁੜੇ ਕਿੰਨੇ ਲੋਕ, ਉਹ ਭਾਵੇਂ ਮਸ਼ੀਨਰੀ ਤਿਆਰ ਕਰਨ ਵਾਲੇ ਹੋਣ ਜਾਂ ਵੱਖ ਵੱਖ ਦੁਕਾਨਦਾਰ ਹੋਣ ਜਾਂ ਖੇਤੀ ਦੇ ਨਾਲ ਸੰਬੰਧਿਤ ਜਿਹੜਾ ਸਾਡੇ ਮਜ਼ਦੂਰ ਵਰਗ ਬੇਜ਼ਮੀਨੇ, ਜਿਨ੍ਹਾਂ ਨੂੰ ਖੇਤੀ ਦੇ ਵਿੱਚ ਕਿਸਾਨ ਦੇ ਨਾਲ ਕੰਮ ਕਰਕੇ ਆਪਣਾ ਜੀਵਨ, ਜਿਹੋ ਜਿਹਾ ਵੀ ਉਹ ਜੀਵਨ ਜਿਉਂਦੇ ਆ, ਭਾਵੇਂ ਉਹਨਾਂ ਦਾ ਜੀਵਨ ਕੋਈ ਬਹੁਤਾ ਵਧੀਆ ਨਹੀਂ ਆ। ਪਿਛਲੇ ਘੱਟੋ ਘੱਟ 20 ਸਾਲਾਂ ਦੇ ਵਿੱਚ ਕਿਸਾਨ ਦਾ ਜਿਹੜਾ ਜੀਵਨ ਹੈ ਉਹਦੇ ਪੱਧਰ ਦੇ ਵਿੱਚ ਲਗਾਤਾਰ ਗਿਰਾਵਟ ਆਉਂਦੀ ਗਈ ਹੈ। ਮੈਂ ਗੱਲ ਆਪਣੀ PhD ਦੀ ਖੋਜ ਦੀ ਗੱਲ ਕਰਦਾ ਸੀ। ਅਸੀਂ ਬਕਾਇਦਾ ਅੰਕੜੇ ਲਏ। ਅੰਕੜਿਆਂ ਦੇ ਆਧਾਰ 'ਤੇ ਇਹ ਗੱਲ ਪਤਾ ਲੱਗੀ ਕਿ ਪੰਜਾਬ ਦੇ ਲੋਕਾਂ ਦਾ ਇਸ ਕਰਕੇ ਗੁਜ਼ਾਰਾ ਚੱਲਦਾ ਰਿਹਾ ਕਿ ਇੱਥੋਂ ਦੇ ਨੌਜਵਾਨਾਂ ਨੇ ਅਣਥੱਕ ਮਿਹਨਤ ਕੀਤੀ। ਜਿਹੜੀਆਂ ਜ਼ਮੀਨਾਂ ਉਪਜਾਊ ਨਹੀਂ ਸਨ, ਉਹਨਾਂ ਨੂੰ ਉਪਜਾਊ ਕਰਨ ਦੇ ਲਈ ਉਹਨਾਂ ਨੂੰ ਪੱਧਰਾ ਕੀਤਾ ਗਿਆ। ਬੜੀ ਮਿਹਨਤ ਦੇ ਨਾਲ ਝੋਨੇ ਦੇ ਲਈ ਫਸਲ ਤਿਆਰ ਕੀਤੀ ਕਰਨ ਦੇ ਲਈ ਜ਼ਮੀਨਾਂ ਨੂੰ ਇੱਥੋਂ ਦੇ ਨੌਜਵਾਨਾਂ ਨੇ ਦਿਨ ਦੇ ਵਿੱਚ 14-14 ਘੰਟੇ ਟਰੈਕਟਰ ਚਲਾ ਕੇ ਕੰਮ ਕਰਕੇ ਆਪਣੇ ਜ਼ਮੀਨਾਂ ਨੂੰ ਠੀਕ ਕੀਤਾ। ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੋਏਗਾ ਕਿ ਇਹਨਾਂ ਜ਼ਮੀਨਾਂ ਦਾ ਕੋਈ ਨਾ ਕੋਈ, ਜਦੋਂ ਕੰਟਰੈਕਟ ਦੇ ਉੱਤੇ ਖਰੀਦ ਹੋਏਗੀ ਤਾਂ ਇਹ ਜ਼ਰੂਰੀ ਨਹੀਂ ਹੈ ਕਿ ਇਹਨਾਂ ਜ਼ਮੀਨਾਂ ਦੇ ਉੱਤੇ ਕੋਈ ਆਪਣੀ ਫਸਲ ਕਰੇ। ਇਹ ਵੀ ਹੋ ਸਕਦਾ ਕਿ ਵੱਡੇ ਘਰਾਣੇ ਲੋਕਾਂ ਤੋਂ ਜ਼ਮੀਨ ਲੈ ਲੈਣ, ਬਾਅਦ ਦੇ ਵਿੱਚ ਲੰਮਾ ਸਮਾਂ ਉਹਨਾਂ ਨੂੰ ਵਿਹਲੀਆਂ ਰੱਖ ਲੈਣ। ਅਤੇ ਪੰਜਾਬ ਦੇ ਵਿੱਚ ਜੋ ਅੱਜ ਅਸੀਂ, ਭਾਵੇਂ ਸਾਡੇ ਕੋਲ ਇੱਕ ਜਿਹੜਾ ਕਿਸਾਨ ਹੈ ਉਹਦੇ ਜੀਵਨ ਦੇ ਵਿੱਚ ਸੰਕਟ ਹੈ, ਪਰੰਤੂ ਹਰੀਆਂ ਭਰੀਆਂ ਫਸਲਾਂ ਨੂੰ ਦੇਖ ਕੇ ਉਹਦਾ ਮਨ ਖਿੜ ਜਾਂਦਾ ਹੈ। ਆਉਣ ਵਾਲੇ ਸਮੇਂ ਦੇ ਵਿੱਚ ਕੀ ਹੋਏਗਾ ਕਿ ਉਹਦੀ ਆਪਣੀ ਜ਼ਮੀਨ ਦੇ ਮਾਲਕ ਹੁੰਦੇ ਹੋਏ ਵੀ ਉਹ ਬੇਜ਼ਮੀਨੇ ਬਣ ਜਾਣਗੇ। ਪੰਜਾਬ ਦੇ ਵਿੱਚ ਇਸ ਕਿਸਮ ਦਾ ਸੰਕਟ ਨਾ ਆਵੇ, ਇਸ ਕਰਕੇ ਸਾਰੇ ਲੋਕਾਂ ਨੂੰ, ਉਹ ਭਾਵੇਂ ਕਿਸੇ ਵੀ ਵਰਗ ਦੇ ਨਾਲ ਸੰਬੰਧਿਤ ਹੋਣ, ਇਹਦੇ ਖਿਲਾਫ ਆਪਣੀ ਇੱਕ ਰਾਏ ਬਣਾਉਣੀ ਚਾਹੀਦੀ ਹੈ, ਸਰਕਾਰ ਤੱਕ ਆਵਾਜ਼ ਪਹੁੰਚਾਉਣੀ ਚਾਹੀਦੀ ਹੈ। ਇਹ ਚੰਗੀ ਗੱਲ ਹੈ ਕਿ ਪੰਜਾਬ ਦੇ ਵਿੱਚ ਅਕਾਲੀ ਦਲ ਦਾ ਜਿਹੜਾ ਕਿ ਪਹਿਲਾਂ ਸਟੈਂਡ ਕੁਝ ਹੋਰ ਸੀ, ਅਕਾਲੀ ਦਲ ਨੇ ਜਦੋਂ ਇਹਨਾਂ ਪਾਲਿਸੀਆਂ ਨੂੰ ਬਰੀਕੀ ਦੇ ਨਾਲ ਸਮਝਿਆ, ਹੁਣ ਸ਼੍ਰੋਮਣੀ ਅਕਾਲੀ ਦਲ ਨੇ, ਸੁਖਬੀਰ ਸਿੰਘ ਬਾਦਲ ਜੀ ਨੇ ਨਾ ਕੇਵਲ ਲੋਕ ਸਭਾ ਦੇ ਵਿੱਚ ਆਵਾਜ਼ ਉਠਾਈ, ਬਲਕਿ ਆਪਣੇ ਲੋਕ ਸਭਾ ਦੇ ਵਿੱਚ ਬੀਬਾ ਹਰਸਿਮਰਤ ਕੌਰ ਬਾਦਲ ਜੀ ਨੇ ਆਪਣਾ ਅਸਤੀਫਾ ਦਿੱਤਾ। ਜੇਕਰ ਸ਼੍ਰੋਮਣੀ ਅਕਾਲੀ ਦਲ ਇਸ ਪਾਸੇ ਵੱਲ ਨੂੰ ਮੁੜਿਆ ਤਾਂ ਜਿਸ ਤਰ੍ਹਾਂ ਪੰਜਾਬ ਦੀ ਇੱਕ ਕਹਾਵਤ ਹੈ ਕਿ ਦੇਰ ਆਏ ਦਰੁਸਤ ਆਏ, ਅਕਾਲੀ ਦਲ ਪੰਜਾਬ ਦੇ ਕਿਸਾਨਾਂ ਦੇ ਨਾਲ, ਪੰਜਾਬ ਦੇ ਲੋਕਾਂ ਦੇ ਨਾਲ ਖੜ੍ਹਿਆ। ਇਸ ਗੱਲ ਦਾ ਸਾਨੂੰ ਸਵਾਗਤ ਕਰਨਾ ਚਾਹੀਦਾ। ਨਾਲ ਦੀ ਨਾਲ ਸਾਡੇ ਮੁੱਖ ਮੰਤਰੀ ਸਾਹਿਬ ਕੈਪਟਨ ਅਮਰਿੰਦਰ ਸਿੰਘ ਜੀ ਇਸ ਤੋਂ ਪਹਿਲਾਂ ਹੀ ਇਸ ਗੱਲ ਦਾ ਵਿਰੋਧ ਕਰ ਚੁੱਕੇ ਨੇ। ਆਮ ਆਦਮੀ ਪਾਰਟੀ ਵੀ ਇਹਦਾ ਵਿਰੋਧ ਕਰਦੀ ਹੈ। ਰਹਿ ਗਈ ਗੱਲ ਹੁਣ ਭਾਰਤੀ ਜਨਤਾ ਪਾਰਟੀ ਦੀ। ਪੰਜਾਬ ਦੀ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਇਕਾਈ ਹੈ, ਉਹਨਾਂ ਦਾ ਵੀ ਫਰਜ਼ ਬਣਦਾ ਹੈ ਕਿ ਉਹ ਐਗਰੀਕਲਚਰ ਬਿੱਲ ਦੇ ਖਿਲਾਫ ਆਪਣੀ ਲੀਡਰਸ਼ਿਪ ਤੱਕ ਆਵਾਜ਼ ਪਹੁੰਚਾਉਣ ਕਿ ਪੰਜਾਬ ਦੇ ਲੋਕਾਂ ਨੂੰ ਤੁਸੀਂ ਭੀਖ ਮੰਗਣ ਵਾਲੇ ਨਾ ਬਣਾਓ। ਪੰਜਾਬ ਦਾ ਜਿਹੜਾ ਕਿਸਾਨ ਹੈ, ਕਿਉਂਕਿ ਪੰਜਾਬ ਗੁਰੂ ਦੇ ਨਾਂ 'ਤੇ ਜਿਉਂਦਾ, ਗੁਰੂ ਮਹਾਰਾਜ ਨੇ ਪੰਜਾਬ ਦੇ ਲੋਕਾਂ ਨੂੰ ਕਿਰਤ ਕਰਨਾ ਸਿਖਾਇਆ, ਕਿਸੇ ਵੱਲ ਦੇਖਣਾ ਨਹੀਂ ਸਿਖਾਇਆ। ਜਿਸ ਕਿਸਮ ਦੀਆਂ ਨੀਤੀਆਂ ਸਰਕਾਰ ਲੈ ਕੇ ਆ ਰਹੀ ਹੈ, ਉਹਦੇ ਮੁਤਾਬਕ ਤਾਂ ਇਹੀ ਹੋਏਗਾ ਕਿ ਸਰਕਾਰ ਥੋੜ੍ਹਾ ਥੋੜ੍ਹਾ ਪੈਸਾ ਲੋਕਾਂ ਦੇ ਵਿੱਚ ਦੇ ਖਾਤਿਆਂ ਦੇ ਵਿੱਚ ਪਾਏਗੀ, ਇਹਦੇ ਬਦਲ ਦੇ ਵਿੱਚ ਵੋਟਾਂ ਹਾਸਲ ਕਰਨ ਦੀ। ਇਸ ਗੱਲ ਨੂੰ ਰਾਜਨੀਤਿਕ ਲਾਹੇ ਦੇ ਲਈ ਲੋਕਾਂ ਦੇ ਜੀਵਨ ਨੂੰ ਸੰਕਟ ਦੇ ਵਿੱਚ ਪਾਉਣਾ ਕਿਸੇ ਤਰ੍ਹਾਂ ਵੀ ਠੀਕ ਨਹੀਂ ਹੋਏਗਾ। ਮੈਂ ਆਪਣੀ ਜ਼ਿੰਮੇਵਾਰੀ ਸਮਝਦਾ ਹੋਇਆ, ਕਿਉਂਕਿ ਵਾਰ-ਵਾਰ ਵਿਦਿਆਰਥੀਆਂ ਨੇ ਇਹ ਗੱਲ ਪੁੱਛਣੀ ਕਿ ਮਿਨੀਮਮ ਸਪੋਰਟ ਪ੍ਰਾਈਸ ਦਾ ਮਸਲਾ ਕੀ ਹੈ, ਕੀ ਇਹ ਖਤਮ ਹੋਣੀ ਚਾਹੀਦੀ ਹੈ। ਸਰਕਾਰ ਕਿਉਂਕਿ ਇਹ ਪ੍ਰਾਪੇਗੰਡਾ ਕਰ ਰਹੀ ਹੈ ਕਿ ਇਹਦੇ ਨਾਲ ਕਿਸਾਨਾਂ ਨੂੰ ਬਹੁਤ ਫਾਇਦਾ ਹੋਏਗਾ, ਪਰੰਤੂ ਦੁਨੀਆ ਭਰ ਦੇ ਅਰਥ ਸ਼ਾਸਤਰੀਆਂ ਨੇ ਜੋ ਅਧਿਐਨ ਕੀਤੇ ਨੇ, ਉਹਨਾਂ ਦੇ ਅਧਿਐਨ ਇਹੀ ਗੱਲ ਦੱਸਦੇ ਨੇ ਕਿ ਵਿਕਸਿਤ ਮੁਲਕਾਂ ਦੇ ਵਿੱਚ ਵੀ ਕਿਸਾਨੀ ਦਾ ਧੰਦਾ
ਘਾਟੇ ਵਾਲਾ ਹੈ। ਅਤੇ ਸਾਡੀ ਜਿਹੜੀ ਸਰਕਾਰ ਹੈ ਇਹਨੂੰ ਕਿਸਾਨਾਂ ਦੀ ਮਦਦ ਤਾਂ ਕੀ ਕਰਨੀ ਚਾਹੀਦੀ ਸੀ, ਬਲਕਿ ਖੇਤੀ ਦਾ ਵਪਾਰੀਕਰਨ ਦੇ ਰਾਹ ਤੁਰੀ ਹੈ, ਆਪਣੀਆਂ ਜ਼ਿੰਮੇਵਾਰੀਆਂ ਤੋਂ ਪਾਸੇ ਹਟ ਰਹੀ ਹੈ। ਸਰਕਾਰ ਨੇ ਜੇਕਰ ਲੋਕਾਂ ਨੂੰ ਐਜੂਕੇਸ਼ਨ ਨਹੀਂ ਦੇਣੀ, ਲੋਕਾਂ ਨੂੰ ਸਿਹਤ ਨਹੀਂ ਦੇਣੀ, ਲੋਕਾਂ ਦੀ ਉਪਜੀਵਕਾ ਦਾ ਖਿਆਲ ਨਹੀਂ ਰੱਖਣਾ, ਅਤੇ ਫਿਰ ਸਰਕਾਰ ਹੋਰ ਕੀ ਕੰਮ ਕਰੇਗੀ, ਜਾਂ ਅਸੀਂ ਕਿੱਦਾਂ ਦਾ ਭਵਿੱਖ ਬਣਾਵਾਂਗੇ, ਸਾਡੇ ਬੱਚਿਆਂ ਦਾ ਕੀ ਬਣੇਗਾ। ਕਿਉਂਕਿ ਜੇਕਰ ਅੰਨ ਪੈਦਾ ਕਰਨ ਵਾਲੇ ਲੋਕ ਖੁਸ਼ ਨਹੀਂ ਹੋਣਗੇ, ਸਾਡਾ ਜੋ ਅਨਾਜ ਜਿਹਦੇ ਨਾਲ ਸਾਡਾ ਪੇਟ ਭਰਦਾ, ਸਾਡਾ ਮੁੱਖ ਕੰਮ ਹੈ, ਸਾਡੇ ਜ਼ਿੰਦਾ ਰਹਿਣ ਦੇ ਲਈ ਜ਼ਰੂਰੀ ਹੈ, ਜੇਕਰ ਸਾਡਾ ਅਨਾਜ ਹੀ ਸਹੀ ਨਹੀਂ ਹੋਏਗਾ, ਇੱਥੋਂ ਦਾ ਕਿਸਾਨ ਖੁਸ਼ਹਾਲ ਨਹੀਂ ਹੋਏਗਾ, ਤਾਂ ਸਾਡੇ ਜੀਵਨ ਦੇ ਵਿੱਚ ਖੁਸ਼ਹਾਲੀ ਨਹੀਂ ਆ ਸਕਦੀ। ਜੀਵਨ ਨੂੰ ਬਿਹਤਰ ਬਣਾਉਣ ਦੇ ਲਈ, ਖੁਸ਼ਹਾਲ ਬਣਾਉਣ ਦੇ ਲਈ ਸਾਡਾ ਇਹ ਫਰਜ਼ ਬਣਦਾ ਹੈ ਕਿ ਜਿਸ ਤਰ੍ਹਾਂ ਬਾਕੀ ਧੰਦਿਆਂ ਦੇ ਵਿੱਚ ਲੱਗੇ ਲੋਕ ਆਪਣਾ ਵਧੀਆ ਜੀਵਨ ਜਿਉਂਦੇ ਨੇ, ਉਸ ਤਰ੍ਹਾਂ ਕਿਸਾਨਾਂ ਦਾ ਜੀਵਨ ਵੀ ਵਧੀਆ ਹੋਣਾ ਚਾਹੀਦਾ ਹੈ। ਇੱਦਾਂ ਦੀਆਂ ਸਾਡੀਆਂ ਨੀਤੀਆਂ ਹੋਣ ਕਿ ਕੋਈ ਵੀ ਕਿਸਾਨ ਆਤਮ ਹੱਤਿਆ ਨਾ ਕਰੇ, ਕਿਸਾਨ ਕਰਜ਼ੇ ਦੇ ਵਿੱਚ ਨਾ ਦੱਬਿਆ ਜਾਵੇ। ਇੱਕ ਗੱਲ ਹੋਰ ਜਿਹੜੀ ਪਿਛਲੇ ਕੁਝ ਸਮੇਂ ਦੇ ਦੌਰਾਨ ਇੱਦਾਂ ਦਾ ਪ੍ਰੋਪੇਗੰਡਾ ਕੀਤਾ ਗਿਆ ਕਿ ਜਿਵੇਂ ਕਿਸਾਨ ਬਹੁਤ ਜ਼ਿਆਦਾ ਖਰਚੀਲੇ ਹੋਣ। ਪੰਜਾਬ ਦਾ ਜਿਹੜਾ ਕਿਸਾਨ ਹੈ ਉਹ ਖਰਚੀਲਾ ਨਹੀਂ ਹੈ, ਉਹ ਬੜੀ ਮੁਸ਼ਕਿਲ ਦੇ ਨਾਲ ਆਪਣਾ ਗੁਜ਼ਾਰਾ ਕਰਦਾ। ਜਦੋਂ ਤੁਸੀਂ ਬਹੁਗਿਣਤੀ ਕਿਸਾਨਾਂ ਦੇ ਘਰਾਂ ਦੇ ਵਿੱਚ ਜਾ ਕੇ ਦੇਖੋਗੇ ਕਿ ਉਹ ਆਪਣਾ ਜੀਵਨ ਕਿਸ ਤਰ੍ਹਾਂ ਬਤੀਤ ਕਰਦੇ ਨੇ, ਤਾਂ ਸਾਨੂੰ ਅਸਲੀਅਤ ਦਾ ਪਤਾ ਲੱਗੇਗਾ। ਭਾਰਤ ਦੀ ਸਰਕਾਰ ਨੂੰ ਚਾਹੀਦਾ ਤਾਂ ਇਹ ਸੀ ਕਿ ਜਿਹੜੀਆਂ ਪਾਲਿਸੀਆਂ ਉਹ ਲੈ ਕੇ ਆ ਰਹੀ ਹੈ, ਕੁਝ ਸਮਾਂ ਲੋਕਾਂ ਦੇ ਵਿੱਚ ਸਾਹਮਣੇ ਰੱਖੀਆਂ ਜਾਂਦੀਆਂ, ਜਾਂ ਜਿਹੜੀ ਪੈਰਲਲ ਪ੍ਰੈਕਟਿਸ ਚਲਾਈ ਜਾਂਦੀ, ਜਿਸ ਗੱਲ ਦਾ ਸਰਕਾਰ ਕਹਿ ਰਹੀ ਹੈ ਕਿ ਫਾਇਦਾ ਹੋਏਗਾ, ਪਹਿਲਾਂ ਫਾਇਦਾ ਦਿੰਦੇ, ਨਾ ਕਿ ਲੋਕਾਂ ਨੂੰ ਕਾਨੂੰਨ ਦੇ ਵਿੱਚ ਜਕੜ ਦੇਣਾ। ਗੱਲ ਕੀ, ਜਦ ਦੀ ਇੱਦਾਂ ਦੀ ਨੀਤੀ ਆਈ ਹੈ ਕਿ ਇੱਕ ਮੁਲਕ ਇੱਕ ਕਾਨੂੰਨ ਇੱਕ ਸਾਰਤਾ, ਸਾਡਾ ਜਿਹੜਾ ਮੁਲਕ ਹੈ ਇਹਦੇ ਵਿੱਚ ਵੰਨ-ਸੁਵੰਨਤਾ ਹੈ, ਵੱਖ-ਵੱਖ ਇਲਾਕੇ ਨੇ, ਉਹਨਾਂ ਦੀ ਆਪਣੀ ਆਪਣੀ ਖੂਬਸੂਰਤੀ ਹੈ। ਬਾਗ ਵੱਖ-ਵੱਖ ਫੁੱਲਾਂ ਦੇ ਨਾਲ ਹੀ ਖਿੜਿਆ ਚੰਗਾ ਰਹਿੰਦਾ। ਜੇਕਰ ਅਸੀਂ ਇੱਕੋ ਤਰ੍ਹਾਂ ਦੀ ਪੋਲਿਸੀ ਲੈ ਕੇ ਆਵਾਂਗੇ, ਸਾਰੇ ਮੁਲਕ ਨੂੰ ਇੱਕੋ ਰੱਸੇ ਦੇ ਨਾਲ ਬੰਨਾਂਗੇ, ਤਾਂ ਲੋਕਾਂ ਦੇ ਵਿੱਚ ਖੁਸ਼ਹਾਲੀ ਨਹੀਂ ਆਏਗੀ। ਅਤੇ ਜਿਸ ਤਰ੍ਹਾਂ ਖੇਤੀਬਾੜੀ ਦੇ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਫਸਲਾਂ ਉੱਗਦੀਆਂ ਨੇ, ਵੱਖ-ਵੱਖ ਤਰ੍ਹਾਂ ਦੇ ਫੁੱਲ ਬੂਟੇ ਨੇ, ਉਸੇ ਤਰ੍ਹਾਂ ਸਾਡਾ ਜੀਵਨ ਵੀ ਵੱਖ-ਵੱਖ ਤਰੀਕਿਆਂ ਦੇ ਨਾਲ ਵਧਣਾ ਫੁੱਲਣਾ ਚਾਹੀਦਾ। ਜੀਵਨ ਨੂੰ ਚੰਗਾ ਬਣਾਉਣ ਦੇ ਲਈ, ਬਿਹਤਰ ਬਣਾਉਣ ਦੇ ਲਈ ਇਹ ਜ਼ਰੂਰੀ ਹੈ ਕਿ ਅਸੀਂ ਕਿਸਾਨ ਅਤੇ ਉਹਦੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਦੇ ਲਈ ਪਾਲਿਸੀਆਂ ਬਣਾਈਏ, ਅਤੇ ਪੰਜਾਬ ਦੇ ਲੋਕ ਇਕੱਠੇ ਹੋ ਕੇ ਆਪਣੀ ਆਵਾਜ਼ ਉਠਾਉਣ, ਤਾਂ ਕਿ ਸਰਕਾਰ ਇਸ ਗੱਲ ਤੋਂ ਪਾਸੇ ਹਟ ਜਾਵੇ। ਅਤੇ ਇਹੀ ਮੈਂ ਆਪ ਜੀ ਨੂੰ ਬੇਨਤੀ ਕਰਨਾ ਚਾਹੁੰਦਾ। ਅਤੇ ਜਿਨ੍ਹਾਂ ਨੇ ਇਹ ਚੈਨਲ ਹੁਣ ਤੱਕ ਸਬਸਕ੍ਰਾਈਬ ਨਹੀਂ ਕੀਤਾ, ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ, ਤਾਂ ਕਿ